ਭੇਦਭਾਵ ਹੋ ਰਿਹਾ ਹੈ ਕਿ ਸਾਨੂੰ ਜੌਬਸ ਨਹੀਂ ਮਿਲ ਰਹੀਆਂ। ਹਾਲਾਂਕਿ ਸਰਕਾਰਾਂ ਵਿੱਚ ਇਹ ਗੁਫ਼ਤਗੂ ਸ਼ੁਰੂ ਹੋ ਗਈ ਕਿ ਕਰਨਾ ਸਾਨੂੰ ਹੈ। IAS ਆਫਿਸਰ ਬਣ ਜਾਏ, ਕੋਈ ਵੀ ਹੋਵੇ, ਪੁਲਿਸ ਆਫਿਸਰ, ਜਿਹੜੀ ਸੋਚ ਹੈ ਉਹ ਨਾਲ ਹੀ ਚੱਲਦੀ ਸਾਡੇ। ਜਿੱਥੇ ਜੌਬਸ ਨਿਕਲਦੀਆਂ ਉੱਥੇ ਟਰਾਂਸਜੈਂਡਰ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪ੍ਰਾਇਓਰਿਟੀ ਨਹੀਂ ਦਿੱਤੀ ਜਾਂਦੀ ਹੈ। ਮੇਲ ਫੀਮੇਲ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਜਾਇਜ਼ ਮੰਨਦੇ ਹੋ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ? ਜਦੋਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਰਿਜ਼ਰਵੇਸ਼ਨ ਕਿਉਂ ਚਾਹੀਦੀ ਹੈ? ਅਗਰ ਕਿਸੇ ਦੀ ਕਾਬਲੀਅਤ ਹੈਗੀ ਹੈ, ਹੁਨਰ ਹੈਗਾ ਹੈ ਹਰ ਚੀਜ਼ ਦਾ, ਸੇ ਉਸ ਨੂੰ ਜੈਂਡਰ ਨਾਲ ਨਾ ਦੇਖਣ। ਉਹ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਨੇ, ਉਹ ਆਪਣਾ ਸੋਸ਼ਲ ਮੀਡੀਆ 'ਚ ਪਾਉਂਦੇ, ਬਸ ਇੰਨਾ ਹੀ ਕਾਫੀ। ਇਹ ਇੰਨਾ ਕਾਫੀ ਨਹੀਂ ਹੈ। ਅੱਜ ਦੁਨੀਆ ਭਰ ਦੇ ਵਿੱਚ ਵੂਮੈਨਸ ਡੇ ਮਨਾਇਆ ਜਾ ਰਿਹਾ ਹੈ, ਜਿੱਥੇ ਪਾਰਟੀਆਂ ਕੀਤੀਆਂ ਜਾ ਰਹੀਆਂ ਨੇ, ਵੱਖ-ਵੱਖ ਤਰ੍ਹਾਂ ਤਰੀਕੇ ਦੇ ਨਾਲ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਇਸ ਦਿਨ ਨੂੰ। ਪਰ ਇਸ ਦਿਨ ਦੀ ਖਾਸੀਅਤ ਕੀ ਹੈ, ਕਿਉਂ ਮਨਾਇਆ ਜਾਂਦਾ ਹੈ ਇਹ ਦਿਨ? ਇਸ ਬਾਬਤ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਟਰਾਂਸਜੈਂਡਰ ਵੂਮਨ ਧਨੰਜੇ ਜੀ ਨੇ। ਧਨੰਜੇ, ਵੂਮੈਨਸ ਡੇ ਮਨਾਇਆ ਜਾ ਰਿਹਾ, ਪਹਿਲਾਂ ਤਾਂ ਵੂਮੈਨਸ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰ ਕੀ ਸਮਝਦੇ ਹੋ, ਕੀ ਅਹਿਮੀਅਤ ਹੈ ਇਸ ਦਿਨ ਦੀ? ਦੇਖੋ, ਸਾਰੇ ਦੁਨੀਆ 'ਚ ਅੱਜ ਇੰਟਰਨੈਸ਼ਨਲ ਵੂਮੈਨਸ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ, ਅਤੇ ਸਾਰੀ ਦੁਨੀਆ ਦੇ, ਕਿਉਂਕਿ ਜੈਂਡਰ ਇਕੁਆਲਿਟੀ ਦੀ ਜਦੋਂ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਸੀ, ਇਹ 20ਵੀਂ ਸਦੀ ਤੋਂ ਸ਼ੁਰੂ ਹੋਇਆ, ਮਿਡ 20ਵੀਂ ਸਦੀ ਤੋਂ। ਅਤੇ ਉਸ ਤੋਂ ਬਾਅਦ ਕਿਉਂਕਿ ਪੂਰੀ ਦੁਨੀਆ 'ਚ ਸਿਰਫ ਇੱਕੋ ਹੀ ਜੈਂਡਰ ਨੂੰ ਜ਼ਿਆਦਾ ਤਹਿਜ਼ੀਬ ਉਹਨਾਂ ਨੂੰ ਦਿੱਤੀ ਜਾਂਦੀ ਸੀ ਕਿ ਉਹ ਮੇਲ ਡੋਮੀਨੇਟਿੰਗ ਸਮਾਜ ਵਿੱਚ, ਅਤੇ ਵੂਮਨ ਨੂੰ ਸੈਕਿੰਡ ਜੈਂਡਰ, ਅਤੇ ਹੁਣ ਤੀਸਰਾ ਵਰਗ ਵੀ ਹੈ, ਥਰਡ ਜੈਂਡਰ। ਉਹਨਾਂ ਨੂੰ ਥਰਡ ਜੈਂਡਰ ਕਿਹਾ ਜਾਂਦਾ ਹੈ। ਇਫ ਆਈ ਐਮ ਥਰਡ ਜੈਂਡਰ ਦੈਨ ਹੂ ਇਜ਼ ਫਸਟ ਜੈਂਡਰ? ਸੋ ਇਹ ਲੜਾਈ ਵੀ ਹੈਗੀ ਕਿ ਫਸਟ ਜੈਂਡਰ ਕੋਈ ਨਹੀਂ, ਇਕੁਅਲ ਹੈ ਸਾਰੇ, ਭਾਵੇਂ ਮੇਲ ਹੈ ਫੀਮੇਲ ਹੈ, ਔਰ ਚਾਹੇ ਉਹ ਟਰਾਂਸ ਵੂਮਨ ਹੈ, ਸਾਰੇ ਬਰਾਬਰ ਨੇ। ਔਰ ਸਾਰੀ ਦੁਨੀਆ 'ਚ ਅੱਜ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ। ਵੂਮੈਨਸ ਖਾਸ ਕਰਕੇ ਉਹਨਾਂ ਦੇ ਨਾਲ ਸਿਰਫ ਇਹ ਔਰਤ ਦੇ ਨਾਲ ਜੁੜਿਆ ਮੁੱਦਾ ਨਹੀਂ ਹੈਗਾ, ਇਹ ਫੈਮਿਨਿਜ਼ਮ ਦਾ, ਔਰਤਵਾਦ, ਇਸਤਰੀਵਾਦ ਦਾ। ਸਾਰੀ ਦੁਨੀਆ 'ਚ ਇਸਤਰੀਵਾਦ ਨੂੰ ਜਿਹੜਾ ਭਗਵਦ ਗੀਤਾ 'ਚ ਲਿਖਿਆ ਹੈ, ਕੇਵਲ ਅਹਮ ਪੁਰਸ਼ਮ, ਕੇਵਲ ਮੈਂ ਹੀ ਪੁਰਸ਼ ਹਾਂ, ਅਤੇ ਜਿਹੜੀ ਪ੍ਰਕਿਰਤੀ ਹੈ ਉਹ ਇਸਤਰੀ ਹੈ, ਅਤੇ ਅਸੀਂ ਸਾਰੇ ਆਤਮਾਵਾਂ ਨੇ। ਜਦੋਂ ਅਸੀਂ ਆਪਣੀ ਆਤਮਾ ਨੂੰ ਸੰਬੋਧਿਤ ਕਰਦੇ ਹਾਂ ਕਿ ਮੇਰੀ ਆਤਮਾ ਭੁੱਖੀ ਹੈ, ਪਿਆਸੀ ਹੈ, ਭਾਵੇਂ ਉਹ ਮਰਦ ਕਹੇ, ਭਾਵੇਂ ਔਰਤ, ਚਾਹੇ ਉਹ ਟਰਾਂਸਜੈਂਡਰ, ਸਾਰੇ ਇੱਕੋ ਹੀ ਗੱਲ ਕਰਦੇ, ਮੇਰੀ ਆਤਮਾ, ਉਸ ਨੂੰ ਇਸਤਰੀ ਰੂਪ 'ਚ ਦੇਖਦੀ ਹੈ। ਅਤੇ ਅਸੀਂ ਸਾਰੀ ਪ੍ਰਕਿਰਤੀ ਇਸਤਰੀ ਹੈ। ਵਰਿੰਦਾਵਨ 'ਚ ਕੋਈ ਪੁਰਸ਼ ਨਹੀਂ ਜਾਂਦਾ, ਸਾਰੇ ਉੱਥੇ ਆਪਣੇ ਆਪ ਨੂੰ ਸਖੀ ਰੂਪ 'ਚ ਦੇਖਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਸਾੜੀ ਪਾ ਕੇ ਬਹਿ ਜਾਈਏ ਜਾਂ ਸਾਰੇ, ਪਰ ਇਹਦਾ ਮਤਲਬ ਹੈ ਕਿ ਅਸੀਂ ਜਿਹੜੀ ਇਸਤਰੀ ਰੂਪ ਹੈ ਜਾਂ ਪ੍ਰਕਿਰਤੀ ਹੈ, ਇਸ ਦਾ ਇੱਜ਼ਤ ਕਰੀਏ, ਇਹਦਾ ਸਨਮਾਨ ਕਰੀਏ, ਬਰਾਬਰ ਦਾ ਰੁਤਬਾ ਦਈਏ, ਨਾ ਕੇਵਲ ਪੇਪਰਾਂ 'ਚ ਬਲਕਿ ਆਪਣੇ ਘਰ ਤੋਂ ਸ਼ੁਰੂ ਕਰਕੇ ਇੱਕ ਔਰਤ ਨੂੰ ਪੂਰਾ ਸਨਮਾਨ, ਆਪਣੀ ਜਿਹੜੀ ਹੁਣ ਬੇਟੀ ਹੈ ਉਹਦਾ ਵੀ ਪੂਰਾ ਸਨਮਾਨ। ਇੱਕ ਗੱਲ ਮੈਂ ਹੋਰ ਕਹਿਣਾ ਚਾਹੂੰਗੀ, ਇੱਕ ਕਥਾ ਆਉਂਦੀ ਸ਼ੰਕਰਾਚਾਰਿਆ ਦੀ, ਅਤੇ ਸ਼ੰਕਰਾਚਾਰਿਆ ਦਾ ਜਿਹਦਾ ਡਿਬੇਟ ਹੋਇਆ ਮੁੰਡਨ ਮਿਸ਼ਰ ਨਾਲ। ਬਿਹਾਰ ਵਿੱਚ ਇੱਕ ਸਹਿਰਸਾ ਜਗ੍ਹਾ ਹੈ, ਉੱਥੇ ਉਹਨਾਂ ਦਾ ਡਿਬੇਟ ਹੋਇਆ, ਅਤੇ ਮੁੰਡਨ ਮਿਸ਼ਰ ਨੇ ਕਿਹਾ ਕਿ ਜਦੋਂ ਜੇ ਮੈਂ ਹਾਰ ਗਿਆ ਅਤੇ ਮੈਂ ਸਰੈਂਡਰ ਕਰ ਲਿਆ, ਮੈਂ ਤੁਹਾਡਾ ਸ਼ਾਗਿਰਦ ਬਣ ਕੇ ਸੰਨਿਆਸੀ ਹੋ ਜਾਵਾਂਗਾ, ਕਿਉਂਕਿ ਉਹ ਮੈਰਿਡ ਸੀਗਾ। ਅਤੇ ਜਦੋਂ ਡਿਬੇਟ ਸ਼ੁਰੂ ਹੋਈ, ਸ਼ਾਸਤਰਾਰਥ ਸ਼ੁਰੂ ਹੋਇਆ, ਅਤੇ ਉਹਨਾਂ ਦੀ ਪਤਨੀ ਸੀਗੀ ਉਭੈ ਭਾਰਤੀ ਨੂੰ ਜੱਜ ਬਣਾਇਆ ਗਿਆ। ਅਤੇ ਉਹ ਜਦੋਂ ਦੋਨੋਂ ਸ਼ਾਸਤਰਾਰਥ ਕਰ ਰਹੇ ਸੀਗੇ ਅਤੇ ਉਭੈ ਭਾਰਤੀ ਜੱਜ ਸੀਗੀ, ਇਟ ਮੀਨਸ ਉਭੈ ਭਾਰਤੀ ਬਹੁਤ ਗਿਆਨੀ ਸੀਗੀ, ਸਾਰੇ ਸ਼ਾਸਤਰਾਂ ਦਾ ਉਹਨੂੰ ਗਿਆਨ ਸੀਗਾ। ਅਤੇ ਜਦੋਂ ਮੁੰਡਨ ਮਿਸ਼ਰ ਹਾਰ ਗਿਆ ਸ਼ੰਕਰਾਚਾਰਿਆ ਕੋਲੋਂ, ਅਤੇ ਉਹਨੇ ਕਿਹਾ ਕਿ ਮੈਂ ਹੁਣ ਸੰਨਿਆਸੀ ਹੋ ਰਿਹਾ ਅਤੇ ਸਰੈਂਡਰ ਕਰ ਰਿਹਾ। ਇੰਨੀ ਦੇਰ ਨੂੰ ਉਭੈ ਭਾਰਤੀ ਖੜੀ ਹੋਈ, ਉਹਨੇ ਕਿਹਾ ਕਿ ਤੁਸੀਂ ਕਿਵੇਂ ਆਪਣੇ ਆਪ ਨੂੰ ਇਕੱਲੇ ਸਰੈਂਡਰ ਕਰ ਸਕਦੇ ਆ, ਤੁਸੀਂ ਹਾਰੇ ਨਹੀਂ। ਸ਼ਾਸਤਰਾਂ 'ਚ ਲਿਖਿਆ ਹੈ ਕਿ ਪਤਨੀ ਅਰਧਾਂਗਨੀ ਹੁੰਦੀ ਹੈ, ਔਰ ਜਦ ਤੱਕ ਇਹ ਸ਼ੰਕਰਾਚਾਰਿਆ ਜੀ ਮੈਨੂੰ ਹਰਾਣਗੇ ਨਹੀਂ, ਤਦ ਤੱਕ ਅਸੀਂ ਹਾਰ ਨਹੀਂ ਸਕਦੇ। ਫਿਰ ਉਭੈ ਭਾਰਤੀ ਉਹਨਾਂ ਦੇ ਨਾਲ ਡਿਬੇਟ ਕਰਦੀ ਹੈ, ਔਰ ਸ਼ੰਕਰਾਚਾਰਿਆ ਨੂੰ ਕਿਤੇ ਨਾ ਕਿਤੇ ਉਹ ਹਰਾਉਣ ਦੀ ਕੋਸ਼ਿਸ਼ ਕਰਦੀ ਹੈ ਸ਼ਾਸਤਰਾਰਥ 'ਚ। ਸੋ ਮਤਲਬ ਇਟ ਮੀਨਸ ਕਿ ਇਕੁਆਲਿਟੀ ਦੀ ਗੱਲੋਂ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ ਵਿੱਚ ਘਰ ਤੋਂ ਲੈ ਕਰ ਬਾਹਰ ਦੇ ਹਰੇਕ ਕੰਮ ਵਿੱਚ
ਉਹ ਮਰਦ, ਔਰਤ ਔਰ ਟਰਾਂਸਜੈਂਡਰ ਇਕੁਅਲੀ ਸਮਝਿਆ ਜਾਣਾ ਚਾਹੀਦਾ। ਉਹਨਾਂ ਨੂੰ ਇਕੁਅਲੀ ਡਿਵਾਈਡ ਕਰ, ਇਹ ਨਹੀਂ ਕਿ ਮਰਦ ਬਾਹਰ ਕੰਮ ਕਰਕੇ ਆ ਰਿਹਾ ਤੇ ਘਰੋਂ ਲੱਤ 'ਤੇ ਲੱਤ ਰੱਖ ਕੇ ਬੈਠ ਕੇ ਸਿਰਫ ਚਾਹ ਦਾ ਆਰਡਰ ਕਰੇ, ਕਿਉਂਕਿ ਉਹਦੀ ਵਾਈਫ ਵੀ ਕੰਮ ਕਰਦੀ ਹੈ। ਸੋ ਹਰੇਕ ਨੂੰ ਆਪਣਾ ਆਪਣਾ ਅਹੁਦਾ, ਆਪਣੇ ਆਪਣੇ ਜੈਂਡਰ ਰੋਲਸ ਹੈ, ਜੈਂਡਰ ਐਕਸਪ੍ਰੈਸ਼ਨਸ ਹੈ, ਇਹ ਸਾਰੇ ਸਮਝਣੇ ਚਾਹੀਦੇ ਤੇ ਸਭ ਨੂੰ ਸਨਮਾਨ ਦੇਣਾ ਚਾਹੀਦਾ। ਜੈਂਡਰ ਡਿਸਕ੍ਰਿਮੀਨੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਲੱਗਦਾ ਹੈ ਕਿ 20ਵੀਂ ਸਦੀ ਦਾ ਇਹ ਜਿਹੜਾ ਸੀਗਾ ਉਸ ਤੋਂ ਬਾਅਦ ਹੁਣ ਅਗਰ ਅੱਜ ਦੀ ਗੱਲ ਕਰੀਏ ਤਾਂ ਅਸੀਂ ਕਾਫੀ ਦੇਸ਼ ਤਰੱਕੀ ਕਰ ਚੁੱਕੇ, ਦੁਨੀਆ ਤਰੱਕੀ ਕਰ ਚੁੱਕੀ ਹੈ, ਪਰ ਜੈਂਡਰ ਡਿਸਕ੍ਰਿਮੀਨੇਸ਼ਨ ਤੁਹਾਨੂੰ ਲੱਗਦਾ ਹੈ ਖਤਮ ਹੋ ਗਿਆ ਜਾਂ ਹਾਲੇ ਵੀ? ਨਹੀਂ, ਜੈਂਡਰ ਡਿਸਕ੍ਰਿਮੀਨੇਸ਼ਨ ਖ਼ਤਮ ਨਹੀਂ ਹੋਇਆ। ਬਹੁਤ ਸਾਰੇ ਮੁਲਕਾਂ 'ਚ, ਬਹੁਤ ਸਾਰੇ ਕੰਟਰੀਜ਼ 'ਚ ਹਜੇ ਵੀ ਉਸੇ ਤਰ੍ਹਾਂ ਸੇ ਜਿਹੜੇ ਆਪਾਂ ਪਿਛਲੀ ਸਦੀ 20ਵੀਂ ਸਦੀ ਤੋਂ ਪਹਿਲੇ ਜਿਹਦਾ ਹੁੰਦਾ ਸੀਗਾ ਉਸੇ ਤਰ੍ਹਾਂ ਹਜੇ ਵੀ ਹੋ ਰਿਹਾ ਹੈ। ਭੇਦਭਾਵ ਹੁੰਦਾ ਹੈ, ਡੋਮੀਨੇਟਿੰਗ ਹੈ। ਹਾਲਾਂਕਿ ਕੁਝ ਕੰਟਰੀਜ਼ ਵੀ ਸਾਡੇ ਜਿਸ ਤਰ੍ਹਾਂ ਸਾਡੇ ਭਾਰਤ ਵਿੱਚ ਹੈਗੇ ਕੁਝ ਸਟੇਟਸ ਇੱਦਾਂ ਦੀ ਜਿੱਥੇ ਫੀਮੇਲ ਡੋਮੀਨੇਟਿੰਗ ਹੈ, ਫੀਮੇਲਸ ਡੋਮੀਨੇਟ ਕਰਦੇ ਸਮਾਜ ਨੂੰ। ਸੋ ਪੂਰੀ ਦੁਨੀਆ ਵਿੱਚ ਬਹੁਤ ਸਾਰਾ ਡਿਸਕ੍ਰਿਮੀਨੇਸ਼ਨ ਹੁੰਦਾ ਹੈ। ਅਫਰੀਕਨਸ ਕੰਟਰੀਜ਼ 'ਚ ਵੀ ਹੈਗਾ, ਮਿਡਲ ਈਸਟ ਵਿੱਚ ਵੀ ਹੈਗਾ, ਈਵਨ ਵੈਸਟਰਨ ਕੰਟਰੀਜ਼ 'ਚ ਵੀ ਹੈਗਾ। ਅਮਰੀਕਾ, ਆਪਣੇ ਐਡੇ ਵੱਡੇ ਅਮਰੀਕਨ ਕੰਟਰੀਜ਼ ਹੈ, ਸਾਊਥ ਅਮਰੀਕਾ, ਨਾਰਥ ਅਮਰੀਕਾ, ਯੂਰਪ 'ਚ ਹਰ ਜਗ੍ਹਾ ਡਿਸਕ੍ਰਿਮੀਨੇਸ਼ਨ ਹੁੰਦਾ ਵੂਮੈਨਸ ਨਾਲ। ਸੋ ਇਸ ਨੂੰ ਸਾਨੂੰ ਬੜੇ ਹੀ ਸਹਿਜਤਾ ਨਾਲ, ਮਤਲਬ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਐਡਾ ਵੱਡਾ ਪੂਰੀ ਦੁਨੀਆ ਦਾ ਇੱਕ ਮੰਚ ਹੈਗਾ, ਉੱਥੇ ਸਾਨੂੰ ਇਹਦੀ ਗੱਲ ਉਠਾਉਣੀ ਚਾਹੀਦੀ। ਹਾਲਾਂਕਿ ਯੂਨਾਈਟਿਡ ਨੇਸ਼ਨ ਹਰ ਵਾਰੀ ਗੱਲ ਤਾਂ ਕਰਦਾ, ਲੇਕਿਨ ਜਦੋਂ ਮੈਂਬਰਸ ਜਦੋਂ ਆਪਣੀ ਆਪਣੀ ਕੰਟਰੀਜ਼ 'ਚ ਜਾਂਦੇ ਹੈ ਅਤੇ ਉੱਥੇ ਜਾ ਕੇ ਕੁਛ ਨਹੀਂ ਕਰਦੇ। ਸੋ ਡਿਸਕ੍ਰਿਮੀਨੇਸ਼ਨ ਹਜੇ ਵੀ ਹੋ ਰਿਹਾ ਹੈ। ਇਹ ਸਾਡੀ ਸੋਚ ਹੈ, ਉਸ ਨੂੰ ਬਦਲਣ ਦੀ ਜ਼ਰੂਰਤ ਹੈ। ਜਦੋਂ ਔਰਤ ਘਰ 'ਚ ਰਹਿੰਦੀ ਸੀ ਉਸ ਟਾਈਮ ਵੀ ਡਿਸਕ੍ਰਿਮੀਨੇਸ਼ਨ ਹੁੰਦਾ ਸੀ। ਉਹਨੂੰ ਡਬਲ ਡਿਊਟੀ ਕਰਦੀ ਹੈ, ਘਰ ਦਾ ਕੰਮ ਵੀ ਕਰਦੀ ਹੈ ਔਰ ਬਾਹਰ ਦਾ ਵੀ ਕੰਮ ਕਰਦੀ ਹੈ, ਬੱਚੇ ਵੀ ਪਾਲਦੀ ਹੈ, ਸਾਰਾ ਕੁਝ ਦੇਖਦੇ ਹੈ। ਤਾਂ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੁੰਦਾ। ਮਰਦ ਜਿਹੜਾ ਹੈ, ਹਾਲਾਂਕਿ ਮੈਂ ਸਾਰੇ ਮਰਦਾਂ ਵਾਸਤੇ ਨਹੀਂ ਕਿ ਬਹੁਤ ਸਾਰੇ ਲੋਕ ਇੱਦਾਂ ਕਿ ਉਹ ਸਾਰੇ ਇਕੁਅਲੀ ਰੋਲਸ ਨਿਭਾਉਂਦੇ ਹਨ ਆਪਣੀ ਵਾਈਫ ਦਾ ਜਾਂ ਹੋਰ ਆਪਣੇ ਘਰ ਦੇ ਕੰਮਾਂ ਨੂੰ ਕਰਦੇ ਨੇ, ਪਰ ਮੈਜੋਰਿਟੀ ਆਫ ਪੀਪਲ ਜਿਹੜੇ ਹੈਗੇ ਉਹ ਹਜੇ ਵੀ ਡਿਸਕ੍ਰਿਮੀਨੇਸ਼ਨ ਕਰਦੇ ਹਨ। ਕਿੱਥੋਂ ਸ਼ੁਰੂਆਤ, ਕਿੱਥੋਂ ਇਸ ਦੀ ਕਰੀਏ? ਅਸੀਂ ਪੇਰੈਂਟਸ ਸ਼ੁਰੂਆਤ ਕਰਨ, ਸਕੂਲ 'ਚ ਟੀਚਰਸ ਸ਼ੁਰੂਆਤ ਕਰਨ, ਕਾਲਜ ਵਿੱਚ ਸ਼ੁਰੂਆਤ ਕੀਤੀ ਜਾਏ? ਕਦੋਂ ਬੱਚਾ ਸਿੱਖ ਪਾਏਗਾ ਕਿ ਹਾਂ ਸਾਨੂੰ ਐਵੇਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਚਾਹੀਦਾ? ਅਸੀਂ ਦੇਖਦੇ ਘਰਾਂ ਦੇ ਵਿੱਚ ਹੀ ਜਦੋਂ ਬੱਚੇ ਛੋਟੇ ਛੋਟੇ ਹੁੰਦੇ ਜਿਨ੍ਹਾਂ ਨੂੰ ਅਕਲ ਤੱਕ ਨਹੀਂ ਹੁੰਦੀ ਕਿ ਕੀ ਕਰਨਾ ਕੀ ਨਹੀਂ, ਪੇਰੈਂਟਸ ਉਦੋਂ ਤੋਂ ਹੀ ਡਿਸਕ੍ਰਿਮੀਨੇਸ਼ਨ ਪੇਰੈਂਟਸ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜੀ ਸਾਡੀ ਪਹਿਲੀ ਪਾਠਸ਼ਾਲਾ ਹੈ ਉਹ ਘਰ ਹੈਗੀ, ਮਾਂ ਦੀ ਗੋਦ। ਜਦੋਂ ਮਾਂ ਔਰ ਮਾਂ-ਬਾਪ ਜਦੋਂ ਸਾਨੂੰ ਸਿਖਾਉਣਾ ਸ਼ੁਰੂ ਕਰਦੇ ਹਾਂ, ਜਾਂ ਸਾਡੀ ਬਿਲਕੁਲ ਨਰਸਰੀ ਜਿਹੜੀ ਹੁੰਦੀ ਹੈ ਉਹ ਮਾਂ ਦੀ ਗੋਦ, ਉੱਥੋਂ ਹੀ ਅਸੀਂ ਸ਼ੁਰੂ ਕਰਦੇ ਹਾਂ। ਔਰ ਜਦੋਂ ਮਾਂ-ਬਾਪ ਹੀ ਭੇਦਭਾਵ ਕਰਨਾ ਸ਼ੁਰੂ ਕਰਦੇ ਹਾਂ ਆਪਣੀ ਬੱਚੀ ਨਾਲ ਕਿ ਉਹ ਜਿਹੜੇ ਉਹਨਾਂ ਦਾ ਬੇਟਾ ਹੈ ਉਹਨੂੰ ਜ਼ਿਆਦਾ ਪ੍ਰਾਇਓਰਿਟੀ ਦਿੰਦੇ ਆ, ਉਹਨੂੰ ਜ਼ਿਆਦਾ ਸਪੋਰਟ ਕਰਦੇ ਹੈ ਔਰ ਆਪਣੀ ਬੱਚੀ ਨੂੰ ਘੱਟ ਸਪੋਰਟ ਕਰਦੇ ਹੈ। ਸੋ ਇਸ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਸੇ ਟਾਈਮ ਸ਼ੁਰੂ ਹੋ ਜਾਂਦਾ ਹੈ। ਔਰ ਇਸ ਤੋਂ ਜ਼ਿਆਦਾ ਮਤਲਬ ਅਸੀਂ ਅੱਗੇ ਵਧੀਏ ਤਾਂ ਜੋ ਕਿਸੇ ਦੇ ਘਰ 'ਚ ਅਗਰ ਟਰਾਂਸਜੈਂਡਰ ਹੈ, ਟਰਾਂਸ ਵੂਮਨ ਹੈ, ਉਹਦੇ ਨਾਲ ਤਾਂ ਬਹੁਤ ਜ਼ਿਆਦਾ ਵਿਤਕਰਾ ਹੁੰਦਾ, ਬਹੁਤ ਜ਼ਿਆਦਾ ਭੇਦਭਾਵ, ਬਹੁਤ ਡਿਸਕ੍ਰਿਮੀਨੇਸ਼ਨ ਹੁੰਦਾ ਹੈ। ਉਹਨੂੰ ਤਾਂ ਬਰਾਬਰ ਦਾ ਸਮਝਿਆ ਨਹੀਂ ਜਾਂਦਾ। ਉਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਹੈ, ਕਨਵਰਜਨ ਥੈਰੇਪੀ ਕਰਦੇ ਹੈ, ਹਰ ਤਰ੍ਹਾਂ ਦੇ ਉਹਨਾਂ ਦੇ ਭੇਦਭਾਵ ਉਹਨਾਂ ਤੋਂ ਜਿਹੜੇ ਬਾਕੀ ਬੱਚਿਆਂ ਤੋਂ ਜ਼ਿਆਦਾ ਕਰਦੇ ਹੈ। ਸੋ ਇਹ ਜਿਹੜੀ ਸ਼ੁਰੂਆਤ ਹੈ ਇਹ ਘਰ ਹੈ। ਘਰ ਤੋਂ ਬਾਅਦ ਜਦੋਂ ਸਕੂਲ ਜਾਂਦੇ ਹੈ, ਸਕੂਲ 'ਚ ਵੀ ਅਪਬ੍ਰਿੰਗਿੰਗ ਜਿਹੜੇ ਟੀਚਰਸ ਨੇ ਜਾਂ ਬੱਚੇ ਨੇ ਉਹ ਵੀ ਅਪਬ੍ਰਿੰਗਿੰਗ ਕਿੱਥੋਂ ਦੀਆਂ, ਉਹਨਾਂ ਦੀ ਘਰੋਂ ਵਿੱਚੋਂ ਹੀ ਆਏ ਨੇ। ਸੋ ਜਦ ਸਾਡੀ ਨਰਸਰੀ ਬਿਲਕੁਲ ਖਰਾਬ ਹੈ, ਜਿੱਥੇ ਮਾਲੀ ਸਾਡੇ ਸਹੀ ਨਹੀਂ ਹੈ, ਟ੍ਰੇਨਡ ਨਹੀਂ ਹੈ, ਉਹਨਾਂ ਨੂੰ ਕੋਈ ਐਜੂਕੇਸ਼ਨ ਨਹੀਂ ਹੈ, ਸਮਾਜਿਕ ਜਿਹੜਾ ਤਾਣਾ ਬਾਣਾ ਉਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਸਿਰਫ ਔਰ ਸਿਰਫ ਉਹ ਚਾਰ ਲੋਕਾਂ ਦੀ ਪਰਵਾਹ ਕਰਦੇ ਕਿ ਚਾਰ ਲੋਕ ਕੀ ਕਹਿਣਗੇ। ਉਹਨਾਂ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਫਿਕਰ ਇਸ ਕਰਕੇ ਹੁੰਦੀ ਕਿ ਅਸੀਂ ਵਿਆਹ ਕਰਨੇ ਇਹਨਾਂ ਦੇ ਹੈ ਨਾ, ਇਹ ਦੂਜੇ ਘਰ ਜਾਏਗੀ। ਇਹ ਉਹਨੂੰ ਸ਼ੁਰੂ ਤੋਂ ਹੀ ਸਿਖਾਉਣਾ ਸ਼ੁਰੂ ਕਰ ਦਿੰਦੇ ਕਿ ਇਹ ਤੂੰ ਇਸ ਘਰ ਦਾ ਹਿੱਸਾ ਨਹੀਂ ਹੈ, ਤੂੰ ਪਰਾਈ ਹੈ। ਸੋ ਉਹ ਦਿਮਾਗ 'ਚ ਪੈ ਜਾਂਦਾ। ਔਰ ਬੱਚੀ ਸੋਚੋ ਕਿ ਬੱਚੀਆਂ ਹੈ ਉਹ ਕਦੀ ਵੀ ਇੰਨਾ ਸਿਖਾਉਣ ਤੋਂ ਬਾਅਦ ਵੀ
ਉਹ ਕਦੀ ਆਪਣੇ ਆਪ ਨੂੰ ਐਕਸੈਪਟ ਨਹੀਂ ਕਰਦੀ ਕਿ ਮੈਂ ਇਸ ਤੋਂ ਅਲੱਗ ਹਾਂ। ਜਦੋਂ ਵਿਆਹ ਹੋਣ ਤੋਂ ਬਾਅਦ ਵੀ ਉਹ ਆਪਣੇ ਮਾਂ-ਬਾਪ ਦਾ ਉਨਾ ਹੀ ਖਿਆਲ ਰੱਖਦੇ ਜਿੰਨਾ ਉਹ ਆਪਣੇ ਸਾਸ ਸਸੁਰ ਦਾ ਰੱਖਦੇ। ਲੇਕਿਨ ਇਹਦੇ ਉਲਟ ਜਦੋਂ ਅਸੀਂ ਦੇਖੀਏ ਕਿ ਮੈਜੋਰਿਟੀ ਆਫ ਪੀਪਲ ਜਿਹੜੇ ਬॉयज़ ਹੈ ਉਹ ਆਪਣੇ ਮਾਂ-ਬਾਪ ਦਾ ਸਾਸ ਸਸੁਰ ਦਾ ਤਾਂ ਕੀ ਧਿਆਨ ਰੱਖਣਾ, ਉਹ ਆਪਣੇ ਮਾਂ-ਬਾਪ ਦਾ ਧਿਆਨ ਨਹੀਂ ਰੱਖਦੇ। ਸੋ ਇਹ ਜਿਹੜੇ ਡਿਸਕ੍ਰਿਮੀਨੇਸ਼ਨ ਹੈ ਸਾਡੇ ਘਰਾਂ ਤੋਂ ਸ਼ੁਰੂ ਹੁੰਦੇ ਆ, ਫਿਰ ਉਹ ਹੌਲੀ ਹੌਲੀ ਸਮਾਜ ਵਿੱਚ ਚਲੇ ਜਾਂਦੇ ਆ। ਸਮਾਜਿਕ ਤਾਣਾ ਬਾਣਾ ਉਸੇ ਤਰ੍ਹਾਂ ਬਣਦਾ ਜਾਂਦਾ ਹੈ। ਉਸ ਨੂੰ ਠੀਕ ਕਰਨਾ ਬੜਾ ਮੁਸ਼ਕਿਲ ਹੈ। ਅਸੀਂ ਸੋਚਦੇ ਨਾ ਕਿ ਇੱਕ ਨਲਕਾ ਹੈ, ਟੈਬ ਹੈ, ਉਹਦੇ ਵਿੱਚੋਂ ਪਾਣੀ ਦੀ ਬੂੰਦ ਗਿਰੀ ਜਾ ਰਹੀ ਹੈ, ਅਸੀਂ ਪੋਚਾ ਲਗਾਈ ਜਾ ਰਹੇ, ਫਿਰ 2 ਘੰਟੇ ਬਾਅਦ ਫਿਰ ਪੋਚਾ ਲਗਾ ਦੇਂਗੇ। ਅਸੀਂ ਜਿੰਨੀ ਮਰਜ਼ੀ ਵਾਰੀ ਪੋਚਾ ਲਗਾਏ ਕਦੀ ਵੀ ਉਹ ਸੁੱਕੇਗਾ ਨਹੀਂ। ਸਾਨੂੰ ਉਹ ਟੈਬ ਠੀਕ ਕਰਨੀ ਪਏਗੀ ਅਤੇ ਜਿਹੜਾ ਸਾਰਾ ਸਿਸਟਮ ਹੈ ਸਾਡੀ ਫੈਮਿਲੀ ਸਿਸਟਮ ਉਸ ਨੂੰ ਠੀਕ ਕਰਨਾ ਪਏਗਾ, ਉਹਦੀ ਸੋਚ ਨੂੰ ਬਦਲਣਾ ਪਏਗਾ ਔਰ ਉਸ ਤੋਂ ਬਾਅਦ ਹੌਲੀ ਹੌਲੀ ਸਮਾਜ ਵੀ ਬਦਲੇਗਾ। ਤੁਸੀਂ ਗੱਲ ਕੀਤੀ ਟਰਾਂਸਜੈਂਡਰ ਵੂਮਨ ਦੀ ਖਾਸ ਕਰਕੇ ਕਿ ਬਹੁਤ ਸਾਰੀਆਂ ਪ੍ਰੋਬਲਮਸ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਨੇ। ਤੁਸੀਂ ਹਾਲਾਂਕਿ ਬਹੁਤ ਲੰਬੀ ਲੜਾਈ ਵੀ ਲੜੀ ਹੈ, ਜਿੱਤ ਵੀ ਹਾਸਿਲ ਕੀਤੀ ਹੈ, ਤੁਹਾਡੀ ਹੁਣ ਆਪਣੀ ਇੱਕ ਆਈਡੈਂਟੀਟੀ ਹੈ। ਹਾਲੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਉਹ ਫੇਸ ਕਰਨੀ ਪੈਂਦੀ ਹੈ, ਹਾਲੇ ਵੀ ਉਹ ਵਿਤਕਰਾ ਉਹ ਭੇਦਭਾਵ ਕੀਤਾ ਜਾਂਦਾ ਹੈ। ਬਿਲਕੁਲ ਬਹੁਤ ਸਾਰੀ ਅਜੇ ਪ੍ਰੋਬਲਮਸ ਹੈ। ਇਹ ਸਿਰਫ ਆਈਡੈਂਟੀਟੀ ਦਾ ਨਹੀਂ, ਹਜੇ ਤਾਂ ਸਿਰਫ ਰਿਕੋਗਨਾਈਜੇਸ਼ਨ ਹੋਈ ਹੈ ਕਿ ਯੈਸ ਟਰਾਂਸ ਵੂਮਨ ਹੈਗੀਆਂ, ਟਰਾਂਸ ਵੂਮਨ ਆਰ ਵੂਮਨ, ਹੈ ਨਾ, ਟਰਾਂਸ ਮੈਨ ਆਰ ਮੈਨ। ਸੋ ਇਹ ਰਿਕੋਗਨਾਈਜੇਸ਼ਨ ਹੋ ਗਈ ਹੈ समाज में। लेकिन ਉਸ ਤੋਂ ਬਾਅਦ ਨੈਕਸਟ ਸਟੈਪ ਐਜੂਕੇਸ਼ਨ, ਜੌਬਸ ਹੈ, ਉਹਦੇ ਵਿੱਚ ਵੀ ਇੰਨਾ ਭੇਦਭਾਵ ਹੋ ਰਿਹਾ ਹੈ ਕਿ ਸਾਨੂੰ ਜੌਬਸ ਨਹੀਂ ਮਿਲ ਰਹੀਆਂ। ਹਾਲਾਂਕਿ ਸਰਕਾਰਾਂ ਵਿੱਚ ਇਹ ਗੁਫ਼ਤਗੂ ਸ਼ੁਰੂ ਹੋ ਗਈ ਕਿ ਕਰਨਾ ਸਾਨੂੰ ਹੈ, ਲੇਕਿਨ ਸਾਰੇ ਲੋਕ ਤਾਂ ਸੈਂਸਿਟਾਈਜ਼ ਨਹੀਂ ਹੈ। ਮੈਂ ਹੁਣ ਅਸੀਂ ਗੱਲ ਕਰ ਰਹੇ ਕਿ ਵੀ ਸਮਾਜ ਦੇ ਵਿੱਚ ਜਿਹੜੇ ਉਸ ਘਰੋਂ ਸਿੱਖ ਕੇ ਆਉਂਦੇ ਉਹੀ ਅਸੀਂ, ਚਾਹੇ ਉਹ IAS ਆਫਿਸਰ ਬਣ ਜਾਏ, ਕੋਈ ਵੀ ਹੋਵੇ, ਪੁਲਿਸ ਆਫਿਸਰ, ਜਿਹੜੀ ਸੋਚ ਹੈ ਉਹ ਨਾਲ ਹੀ ਚੱਲਦੀ ਸਾਡੇ, ਉਹ ਕਦੀ ਬਦਲਦੀ ਨਹੀਂ। ਲੇਕਿਨ ਉਹਨਾਂ ਵਿੱਚੋਂ ਕਈ ਆਫਿਸਰ ਇੱਦਾਂ ਹੁੰਦੇ ਜਿਹੜੇ ਸੈਂਸਿਟਾਈਜ਼ ਹੁੰਦੇ ਆ, ਉਹ ਗੱਲ ਕਰਦੇ ਨੇ, ਉਹ ਪਾਲਿਸੀਜ਼ ਵਾਸਤੇ ਗੱਲ ਕਰਦੇ ਨੇ, ਉਹ ਫਾਈਲਾਂ ਚਲਾਉਂਦੇ ਨੇ, ਲੇਕਿਨ ਤੁਹਾਨੂੰ ਪਤਾ ਬਿਊਰੋਕ੍ਰੇਸੀ ਵਿੱਚ ਕੀ ਹੁੰਦਾ ਕਿ 2 ਸਾਲ 3 ਸਾਲ ਬਾਅਦ ਟਰਾਂਸਫਰ ਹੋ ਜਾਂਦੀ ਹੈ। ਫਿਰ ਜਿਹੜਾ ਮੁਹਿੰਮ ਉਹਨਾਂ ਨੇ ਸ਼ੁਰੂ ਕੀਤਾ ਉਹ ਉੱਥੇ ਹੀ ਸਟਾਪ ਹੋ ਜਾਂਦਾ ਹੈ। ਸੋ ਯੈਸ, ਫਿਰ ਜੌਬਸ ਦੀ ਪ੍ਰੋਬਲਮ ਉੱਥੇ ਹੁਣ ਬਹੁਤ ਸਾਰੀ ਜਗ੍ਹਾ 'ਚ ਪੁਲਿਸ 'ਚ ਭਰਤੀ, ਹੁਣ ਪੰਜਾਬ ਪੁਲਿਸ 'ਚ ਭਰਤੀ ਹੈਗੀ ਹੈ ਅਤੇ ਉੱਥੇ ਟਰਾਂਸਜੈਂਡਰ ਨਹੀਂ ਹੈਗਾ, ਕੋਈ ਲਿਖਿਆ ਥਰਡ ਜੈਂਡਰ ਕਾਲਮ ਨਹੀਂ ਹੈਗਾ। ਇਹ ਡਿਸਕ੍ਰਿਮੀਨੇਸ਼ਨ ਹੈਗਾ। ਇਸੇ ਤਰ੍ਹਾਂ ਹੋਰ ਜਗ੍ਹਾ ਜਿੱਥੇ ਜੌਬਸ ਨਿਕਲਦੀਆਂ ਉੱਥੇ ਟਰਾਂਸਜੈਂਡਰ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਹੈ, ਉਹਨਾਂ ਨੂੰ ਪ੍ਰਾਇਓਰਿਟੀ ਨਹੀਂ ਦਿੱਤੀ ਜਾਂਦੀ ਹੈ। ਮੇਲ ਫੀਮੇਲ ਉਹਨਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਸੋ ਇਹ ਸਾਰੀ ਚੀਜ਼ਾਂ ਹੈਗੀਆਂ, ਬਹੁਤ ਸਾਰੀ ਪ੍ਰੋਬਲਮਸ ਹੈਗੀਆਂ। ਹਾਊਸਿੰਗ ਪੋਲਿਸੀ ਨਹੀਂ ਹੈ, ਹਾਊਸ ਛੱਤ ਨਾ ਹੋਵੇ ਅਤੇ ਟਰਾਂਸਜੈਂਡਰ ਭਾਵੇਂ ਕਿੰਨਾ ਮਰਜ਼ੀ ਉਹ ਐਫਰਟਸ ਲਗਾ ਲੇ ਪੜ੍ਹਨ ਦਾ, ਪੜ੍ਹ ਨਹੀਂ ਸਕਦਾ ਜਾਂ ਜੌਬਸ ਨਹੀਂ ਕਰ ਸਕਦਾ ਜਦ ਤੱਕ ਉਹਦੇ ਕੋਲ ਆਪਣਾ ਘਰ ਨਾ ਹੋਏ। ਸਭ ਤੋਂ ਜ਼ਰੂਰੀ ਰੋਟੀ ਕੱਪੜਾ ਮਕਾਨ ਹੈ ਜਿਹੜਾ ਹੈ ਉਹ ਜ਼ਰੂਰੀ ਹੈ, ਉਹਦੇ ਵਾਸਤੇ ਜੌਬਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਅਗਰ ਅਸੀਂ ਫੀਮੇਲਸ ਦੀ ਜਿਵੇਂ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਤਾਂ ਅਸੀਂ ਜੈਂਡਰ ਇਕੁਐਲਿਟੀ ਦੀ ਗੱਲ ਕਰਦੇ ਹਾਂ, ਇੱਕ ਪਾਸੇ ਕਈ ਜਗ੍ਹਾ 'ਤੇ ਰਿਜ਼ਰਵੇਸ਼ਨ ਹੁੰਦੀ ਹੈ ਕਿ ਹਾਂ ਫੀਮੇਲਸ ਦੇ ਲਈ ਰਿਜ਼ਰਵੇਸ਼ਨ ਜਾਇਜ਼ ਮੰਨਦੇ ਹੋ ਕਿ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ? ਜਦੋਂ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਰਿਜ਼ਰਵੇਸ਼ਨ ਕਿਉਂ ਚਾਹੀਦੀ ਹੈ? ਜਾਂ ਤਾਂ ਦੇਖੋ, ਮੈਂ ਇੱਕ ਗੱਲ ਮੰਨਦੀ ਹਾਂ, ਜਾਂ ਤਾਂ ਰਿਜ਼ਰਵੇਸ਼ਨ ਬਿਲਕੁਲ ਖ਼ਤਮ ਕਰ ਦਿੱਤੀ ਜਾਵੇ, ਹੈ ਨਾ, ਬਿਲਕੁਲ ਖ਼ਤਮ ਕਰਕੇ ਸਾਰਿਆਂ ਦੇ ਜਿਹੜੀ ਉਹਨਾਂ ਦੀ ਜਿਹੜੀ ਉਹਨਾਂ ਦਾ ਕੈਲੀਬਰ ਹੈ, ਉਹਨਾਂ ਦੀ ਪੜ੍ਹਾਈ ਲਿਖਾਈ ਹੈ, ਉਹਦੇ ਬੇਸ 'ਤੇ ਜਾਂ ਫਿਰ ਸਾਰਿਆਂ ਨੂੰ ਦਿੱਤੀ ਜਾਏ। ਬਟ ਮੈਂ ਇਹ ਵੀ ਸੋਚਦੀ ਹਾਂ ਕਿ ਜਿਨ੍ਹਾਂ ਨੂੰ ਜਿਹੜੇ ਆਪਣੇ ਭਾਈ ਭੈਣ ਹੈਗੇ, ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲ ਚੁੱਕਿਆ ਹੈ, ਉਹਨਾਂ ਦੇ ਬੱਚੇ ਅੱਗੇ ਵਧ ਗਏ, IAS ਆਫਿਸਰ ਬਣ ਗਏ, IPS ਬਣ ਗਏ ਹੈ, ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਹੈ ਨਾ। ਉਹਨਾਂ ਦੇ ਬੱਚੇ ਅੱਗੇ ਤੋਂ ਅੱਗੇ ਉਹਦਾ ਫਾਇਦਾ ਨਾ ਉਠਾਉਣ, ਬਾਕੀ ਲੋਕਾਂ ਨੂੰ ਵੀ ਉਸ ਦਾ ਫਾਇਦਾ ਉਠਾਉਣ ਦੇਣ। ਜਿਹੜੇ ਲੋਕ ਤਾਂ ਅੱਗੇ ਵੱਧ ਗਏ ਠੀਕ ਹੈ, ਉਹਨਾਂ ਨੂੰ ਅੱਗੇ ਸਰੈਂਡਰ, ਜਿਸ ਤਰ੍ਹਾਂ ਹੁਣ ਅਸੀਂ ਕਹਿੰਦੇ ਨਾ ਕਿ ਆਪਣੇ LPG ਗੈਸ ਦੀ ਸਬਸਿਡੀ ਛੱਡ ਦੇਣੀ ਚਾਹੀਦੀ ਹੈ, ਸਰੈਂਡਰ ਕਰ ਦੇਣਾ ਚਾਹੀਦਾ ਜਿਹੜੇ ਅਮੀਰ ਲੋਕ ਹੈ। ਇਸੇ ਤਰ੍ਹਾਂ ਜਿਹੜੇ ਅਮੀਰ ਲੋਕ ਹੈ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਮਿਲਿਆ ਹੈ ਪਹਿਲੇ ਦਾ, ਜਿਹੜਾ IAS ਆਫਿਸਰ ਹੈ, IPS ਹੈ, ਪੋਲੀਟੀਸ਼ੀਅਨਸ ਹੈ ਜਿਨ੍ਹਾਂ ਕੋਲ ਬਹੁਤ ਵਾਧੂ ਪੈਸਾ ਹੈ, ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਏ। ਔਰ ਜਿਹੜੇ ਗਰੀਬ ਤਬਕਾ ਹੈ, ਜਿਹੜੇ ਗਰੀਬ ਲੋਕ ਹੈ, ਉਹ ਭਾਵੇਂ ਕੋਈ ਵੀ ਹੋਵੇ, ਚਾਹੇ ਉਹ ਜਨਰਲ ਕੈਟੇਗਰੀ ਵਿੱਚ ਹੋਵੇ, ਭਾਵੇਂ ਉਹ
ਆਪਣਾ ਦੂਸਰੇ ਆਪਣੇ ਸਮਾਜ ਵਿੱਚ ਵੀ ਹੋਵੇ, ਸਾਰਿਆਂ ਨੂੰ ਬਰਾਬਰ ਇਕੁਐਲਿਟੀ ਔਰ ਟਰਾਂਸਜੈਂਡਰ ਖਾਸ ਕਰਕੇ ਟਰਾਂਸ ਵੂਮਨ ਟਰਾਂਸ ਮੈਨ ਨੂੰ ਰਿਜ਼ਰਵੇਸ਼ਨ ਦੇਣਾ ਚਾਹੀਦਾ, ਕਿਉਂਕਿ ਹਾਸ਼ੀਏ ਵਿੱਚ ਧਕੇਲੇ ਗਏ ਸਦੀਆਂ ਤੋਂ ਲੋਕ। ਅਤੇ ਹੁਣ ਜਿਹੜਾ ਤੁਸੀਂ ਕਹਿ ਰਹੇ ਕਿ ਇਕੁਆਲਿਟੀ ਹੋਵੇ, ਇਕੁਆਲਿਟੀ ਮੈਂ ਵੀ ਮੰਨਦੀ ਹਾਂ ਸਾਰਿਆਂ ਵਾਸਤੇ ਬਰਾਬਰ ਹੋਏ, ਫਿਰ ਜਾਂ ਤਾਂ ਬਿਲਕੁਲ ਸਾਰਿਆਂ ਵਾਸਤੇ ਖਤਮ ਹੋ ਜਾਂ ਫਿਰ ਸਾਰਿਆਂ ਨੂੰ ਬਰਾਬਰ ਦਿੱਤਾ ਜਾਵੇ। ਔਰ ਉਹਦੇ ਵਿੱਚ ਬਸ ਇਹੀ ਮੈਂ ਐਡ ਕਰੂੰ ਕਿ ਜਿਨ੍ਹਾਂ ਨੂੰ ਮਿਲ ਚੁੱਕਿਆ, ਜਿਹੜੇ ਅੱਗੇ ਵੱਧ ਗਏ, ਉਹ ਸਰੈਂਡਰ ਕਰ ਦੇਣ ਤਾਂ ਕਿ ਦੂਸਰੇ ਲੋਕਾਂ ਨੂੰ ਵੀ ਮਿਲੇ। ਕਿਉਂਕਿ ਕਈ ਵਾਰ ਇਦਾਂ ਹੁੰਦਾ ਨਾ, ਪਰ 3 ਬੰਦੇ ਖੜੇ ਆ, ਇੱਕ ਮੈਨ ਹੈ, ਇੱਕ ਵੂਮਨ, ਇੱਕ ਟਰਾਂਸ ਵੂਮਨ ਕਹਿ ਲਈਏ ਆਪਾਂ ਹੈ, ਪਰ ਕੈਲੀਬਰ ਹੋ ਸਕਦਾ ਟਰਾਂਸ ਵੂਮਨ ਸਭ ਤੋਂ ਜ਼ਿਆਦਾ ਹੋਏ, ਬਟ ਰਿਜ਼ਰਵੇਸ਼ਨ ਉੱਥੇ ਵੂਮਨਸ ਦੀ ਹੈ ਤਾਂ ਉੱਥੇ ਉਹਨੂੰ ਵੂਮਨ ਨੂੰ ਫਾਇਦਾ ਪਹੁੰਚੇਗਾ, ਦੂਸਰੇ 2 ਜਣੇ ਰਹਿ ਜਾਣਗੇ। ਤਾਂ ਕਿਤੇ ਨਾ ਕਿਤੇ ਕੈਲੀਬਰ ਤੇ ਹੋਣਾ ਚਾਹੀਦਾ, ਹਰ ਇੱਕ ਚੀਜ਼ ਜਿਹੜੀ ਹੈ ਕੈਲੀਬਰ ਦੇ ਬਿਹਾਫ ਤੇ ਹੀ ਹੋਣੀ ਚਾਹੀਦੀ ਹੈ, ਰੈਦਰ ਦੈਨ ਐਨੀ ਰਿਜ਼ਰਵੇਸ਼ਨ ਔਰ ਐਨੀ ਜੈਂਡਰ ਡਿਸਕ੍ਰਿਮੀਨੇਸ਼ਨ। ਬਿਲਕੁਲ ਕੈਲੀਬਰ ਦੇ ਬੇਸ 'ਤੇ ਹੋਣਾ ਚਾਹੀਦਾ, ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦਾ। ਅਗਰ ਕਿਸੇ ਦੀ ਕਾਬਲੀਅਤ ਹੈਗੀ ਹੈ, ਹੁਨਰ ਹੈਗਾ ਹੈ ਹਰ ਚੀਜ਼ ਦਾ, ਸੇ ਉਸ ਨੂੰ ਜੈਂਡਰ ਨਾਲ ਨਾ ਦੇਖਣ, ਕਿਉਂਕਿ ਕੰਮ ਤਾਂ ਅਸੀਂ ਆਪਣੇ ਜਿਹੜੇ ਦਿਮਾਗ ਨਾਲ ਕਰਨਾ, ਹੱਥਾਂ ਨਾਲ ਕਰਨਾ, ਅੱਖਾਂ ਨਾਲ ਦੇਖਣਾ ਹੈ, ਇਹ ਸਾਰੀ ਚੀਜ਼ਾਂ ਸਾਡਾ ਜੈਂਡਰ ਜਾਂ ਸੈਕਸ਼ੁਅਲਿਟੀ ਉਹਦੇ ਵਿੱਚ ਕੰਮ ਨਹੀਂ ਆਉਂਦਾ ਹੈਗਾ। ਸਰੀਰ ਦੇ ਜਿਹੜੇ ਬਣਾਵਟ ਹੈ ਉਹਨੂੰ ਕੋਈ ਤਵੱਜੋ ਨਾ ਦੇ ਕੇ ਸਾਨੂੰ ਉਹਦੇ ਕੈਲੀਬਰ ਨੂੰ ਦੇਖਣਾ ਚਾਹੀਦਾ, ਉਹਦੀ ਦਕਸ਼ਤਾ, ਉਹਦੇ ਪਰਫੈਕਸ਼ਨ ਨੂੰ ਦੇਖਣਾ ਚਾਹੀਦਾ ਕਿ ਯੈਸ ਮੈਂ ਜੇ ਕੰਪੀਟੀਸ਼ਨ ਵਿੱਚ ਪਾਸ ਕੀਤਾ ਹੈ, ਸੋ ਇਹਦਾ ਮਤਲਬ ਆਈ ਐਮ ਕੈਪੇਬਲ ਟੂ, ਹੈ ਨਾ। ਬਟ ਹੁਣ ਦੇਖੋ ਜੋਬਸ, ਜਦੋਂ ਅਸੀਂ ਜੋਬਸ ਮੰਗਣ ਜਾਂਦੇ ਹਾਂ, ਮੈਂ ਡਬਲ ਮਾਸਟਰ ਹੈਗੀ ਹਾਂ, ਡਬਲ MA ਕੀਤੀ ਆ, ਹੋਰ ਵੀ ਮੇਰੇ ਭੈਣ ਭਰਾ ਜਿਹੜੇ ਟਰਾਂਸ ਵੂਮਨ ਹੈਗੇ ਉਹਨਾਂ ਨੇ ਕਾਫੀ ਪੜ੍ਹਾਈਆਂ ਕੀਤੀਆਂ ਹੋਈਆਂ, ਲੇਕਿਨ ਜੋਬਸ ਨਹੀਂ ਹੈ, ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਪਹੁੰਚਦੀ ਹੈ। ਅਸੀਂ ਆਫਿਸਰਸ ਨੂੰ ਮਿਲੇ ਸੀ, ਕਹਿੰਦੇ ਜੋਬਸ ਤਾਂ ਨਿਕਲੀਆਂ ਸੀਗੀਆਂ, ਫਿਰ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਕੌਣ ਦੇਗਾ, ਹੈ ਨਾ। ਟਰਾਂਸ ਵੂਮਨ ਇਹਨਾਂ ਨੂੰ ਟਰਾਂਸਜੈਂਡਰ ਕਮਿਊਨਿਟੀ ਕੌਣ ਇਨਫੋਰਮੇਸ਼ਨ ਦੇਗਾ? ਕੋਈ ਐਡ ਆਉਂਦੀ ਹੈ ਸਾਨੂੰ ਪਤਾ ਨਹੀਂ ਚੱਲਦਾ ਹੈ, ਜਾਂ ਫਿਰ ਸੰਸਥਾਵਾਂ ਨਾਲ ਮਿਲ ਕੇ ਜਿਹੜੀ ਆਰਗੇਨਾਈਜੇਸ਼ਨਸ ਹੈ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਤਾਂ ਕਿ ਉਹ ਆਪਣੀ ਕਮਿਊਨਿਟੀ 'ਚ ਜਾ ਕੇ ਦੱਸਣ। ਜਿਸ ਤਰ੍ਹਾਂ ਹੁਣ ਵੋਟਰ ਕਾਰਡ ਦਾ ਜਾਂ ਆਧਾਰ ਕਾਰਡ ਦੇ ਕੈਂਪਸ ਲੱਗਦੇ ਹੈ, ਸਰਕਾਰ ਚਾਹੁੰਦੀ ਕਿ ਵੋਟਰ ਕਾਰਡ ਵਿੱਚ ਇਨਰੋਲ ਹੋਣ ਲੋਕ, ਅਤੇ ਆਰਗੇਨਾਈਜੇਸ਼ਨ ਨਾਲ ਜਿਹੜੀ ਸੰਬੰਧਿਤ ਆਰਗੇਨਾਈਜੇਸ਼ਨ ਉਹਨੂੰ ਕੰਟੈਕਟ ਕਰਦੇ ਨੇ ਅਤੇ ਉਹ ਅੱਗੇ ਕੈਂਪ ਲਗਾਉਂਦੇ। ਇਸੇ ਤਰ੍ਹਾਂ ਜੋਬਸ ਜਦੋਂ ਨਿਕਲਦੀਆਂ ਤਾਂ ਸਰਕਾਰ ਨੂੰ ਚਾਹੀਦਾ ਕਿ ਆਰਗੇਨਾਈਜੇਸ਼ਨ ਨੂੰ ਅਪਰੋਚ ਕਰਨ ਤਾਂ ਕਿ ਉਹ ਲਾਸਟ ਕਾਰਨਰ 'ਤੇ ਬੈਠਾ ਇਨਸਾਨ ਜਿਹੜਾ ਜਿਹਦੇ ਕੋਲ ਇਨਫੋਰਮੇਸ਼ਨ ਪਹੁੰਚ ਹੀ ਨਹੀਂ ਰਹੀ ਹੈ, ਉਸ ਤੱਕ ਪਹੁੰਚੇ ਔਰ ਉਹਨਾਂ ਨੂੰ ਵੀ ਅੱਗੇ ਲੈ ਕੇ ਆਏ ਸਮਾਜ ਵਿੱਚ ਮੁੱਖ ਧਾਰਾ ਵਿੱਚ। ਸਾਡੇ ਨਾਲ ਫੋਟੋ ਖਿਚਾਉਣ ਨਾਲ ਕੋਈ ਫਰਕ ਨਹੀਂ ਪਏਗਾ ਨਾ। ਸਾਰੇ ਸਰਕਾਰੀ ਮਹਿਕਮੇ ਜਿਹੜੇ ਹੈ, ਦਫ਼ਤਰ ਹੈ, ਅਫਸਰ ਹੈ, ਉਹਨਾਂ ਦੇ ਕੈਂਪਸ ਲੱਗਦੇ ਹੈ, ਉਹ ਸਾਡੇ ਨਾਲ ਫੋਟੋਆਂ ਖਿਚਵਾਉਂਦੇ ਨੇ, ਉਹ ਆਪਣਾ ਸੋਸ਼ਲ ਮੀਡੀਆ 'ਚ ਪਾਉਂਦੇ ਹੈ, ਬਸ ਇੰਨਾ ਹੀ ਕਾਫੀ। ਇਹ ਇੰਨਾ ਕਾਫੀ ਨਹੀਂ ਹੈ। ਅਸੀਂ ਖੁਸ਼ੀ ਤਾਂ ਉਸੇ ਟਾਈਮ ਮਨਾਉਂਗੇ ਜਦੋਂ ਇਕੁਆਲਿਟੀ ਸਾਡੇ ਨਾਲ ਤਦ ਹੀ ਹੈਗੀ ਜਦੋਂ ਅਸੀਂ ਜਿਸ ਕੰਡਕਟਰ ਦੀ ਭਰਤੀਆਂ ਹੈ ਜਾਂ ਹੋਰ ਪੁਲਿਸ ਦੀ ਭਰਤੀਆਂ ਹੈ, ਇਹਦੇ ਵਿੱਚ ਬਰਾਬਰ ਦਾ ਸਾਨੂੰ ਅਧਿਕਾਰ ਦਿੱਤਾ ਜਾ, ਨਾ ਕਿ ਸਾਨੂੰ ਜੈਂਡਰ ਦੇ ਬੇਸ 'ਤੇ ਰਿਜੈਕਟ ਕੀਤਾ ਜਾਵੇ। ਲਾਸਟ ਸਵਾਲ ਹੈ, ਇੱਕ ਦਿਨ ਹੀ ਕਿਉਂ, ਸਿਰਫ 8 ਮਾਰਚ ਨੂੰ ਹੀ ਕਿਉਂ ਵੂਮੈਨਸ ਡੇ? ਵਾਈ ਨੋਟ ਐਵਰੀ ਸਿੰਗਲ ਡੇ ਫॉर ਅ ਵੂਮੈਨਸ? ਪ੍ਰਾਈਡ ਤਾਂ ਡੇਲੀ ਹੁੰਦਾ, ਗਰਵ ਜਿਹੜਾ ਹੁੰਦਾ। ਅਸੀਂ ਪਿੱਛੇ ਹੁਣ ਕੁਝ ਦਿਨ ਪਹਿਲੇ 6 ਫੈਬਰਵਰੀ ਤੋਂ 12 ਫੈਬਰਵਰੀ ਤੱਕ ਗਰਵ ਉਤਸਵ ਮਨਾਇਆ। ਇਹ ਸਿਰਫ ਇੱਕ ਹਫ਼ਤੇ ਦਾ ਗਰਵ ਨਹੀਂ ਹੈ। ਅਸੀਂ ਇਹ ਵੀ ਕਹਿਣਾ ਚਾਹੁੰਦੇ ਕਿ ਸਾਡਾ ਗਰਵ ਜਿਹੜਾ ਹੈ, ਚਾਹੇ ਉਹ ਔਰਤ ਹੋਵੇ ਚਾਹੇ ਉਹ ਟਰਾਂਸ ਵੂਮਨ ਹੈ, ਜਿਹੜਾ ਸਾਡਾ ਗਰਵ ਹੈ, ਵੂਮਨਸ ਜਿਹੜਾ ਡੇ ਹੈ ਇਸੇ ਕਰਕੇ ਮਨਾਉਂਦੇ, ਗਰਵ ਹੋਣਾ ਚਾਹੀਦਾ ਸਾਨੂੰ। ਸਿਰਫ ਜਿਹੜਾ ਗਰਵ ਹੈ ਇੱਕ ਦਿਨ ਦਾ ਗਰਵ ਨਹੀਂ ਹੈ, ਡੇਲੀ ਦਾ ਸਾਨੂੰ ਗਰਵ ਹੋਣਾ ਚਾਹੀਦਾ ਸਾਨੂੰ ਵੂਮਨਹੁੱਡ ਦਾ। ਅਸੀਂ ਔਰਤ ਹੈ ਔਰ ਇਹਦਾ ਪੈਰਾਮੀਟਰ ਮਰਦ ਨਹੀਂ ਹੈ। खूब लड़ी मर्दानी वो तो झांसी वाली रानी है, बट साडा पैरामीटर मर्दाना नहीं है, साडा पैरामीटर औरत वाला ही है। असी औरत हैं, साडा असी औरत होने च ही गर्व महसूस करते हैं। और मैं सारी दुनिया की जिहड़ी अपने वुमेंस हैं, अपने ट्रांस वुमेन हैं, उन्होंने यही कहूँगी कि गर्व नाल असी अपने आप नूं डेली घरों निकलिए, सम्मानित जिंदगी जीए और सम्मान नाल जीण वास्ते सानू अपने आप ਨੂੰ ਅੰਦਰ ਤੋਂ ਹੀ ਫੀਲ ਕਰਨਾ ਹੋਏਗਾ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਐਨੀ ਮੈਸੇਜ ਫॉर ਉਹਨਾਂ ਲੜਕੀਆਂ ਲਈ ਜਿਨ੍ਹਾਂ ਨੂੰ ਹਲੇ ਅੱਜ ਵੀ ਘਰਾਂ ਦੇ ਵਿੱਚ ਕੈਦ ਰੱਖਿਆ ਜਾਂਦਾ ਹੈ, ਜਿਨ੍ਹਾਂ ਦੇ ਪੇਰੈਂਟਸ ਅੱਜ ਵੀ ਉਹਨਾਂ ਨੂੰ ਬਾਹਰ
ਨਹੀਂ ਅਲਾਉ ਕਰ ਰਹੇ ਸੁਪਨੇ, ਉਹਨਾਂ ਦੇ ਵੀ ਬਹੁਤ ਵੱਡੇ ਨੇ ਪਰ ਉਹ ਅੰਦਰ ਹੀ ਬੰਦ ਰਹਿ ਜਾਂਦੇ। ਮੈਂ ਸਾਰੇ ਆਪਣੀ ਜਿਹੜੀ ਭੈਣਾਂ ਨੂੰ ਉਹਨਾਂ ਨੂੰ ਕਹੂੰਗੀ ਕਿ ਤੁਸੀਂ ਇਕੱਲੇ ਨਹੀਂ ਹੋ, ਠੀਕ ਹੈ ਨਾ। ਅਸੀਂ ਵੀ ਜਦੋਂ ਪਿੰਜਰੇ 'ਚ ਬੰਦ ਸੀਗੇ, ਆਜ਼ਾਦ ਹੋਣ ਦੀ ਕੋਸ਼ਿਸ਼ ਕਰਦੇ ਸੀਗੇ, ਛਟਪਟਾਉਂਦੇ ਸੀਗੇ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਹੈ ਐਂਡ ਕੋਸ਼ਿਸ਼ ਕਰਦੇ ਰਹੋ ਆਜ਼ਾਦ ਹੋਣ ਦੀ। ਆਜ਼ਾਦ ਫੈਮਿਲੀ ਤੋਂ ਨਹੀਂ ਹੋਣਾ ਹੈ, ਆਪਣੇ ਮਾਂ-ਬਾਪ ਤੋਂ ਆਜ਼ਾਦ ਨਹੀਂ ਹੋਣਾ, ਜਾਂ ਅਸੀਂ ਜਿਹੜੇ ਸੋਚ ਹੈ ਜਿਹੜੀ ਉਸ ਸੋਚ ਤੋਂ ਆਜ਼ਾਦ ਹੋਣਾ ਹੈ। ਅਸੀਂ ਲੋਕਾਂ ਨੂੰ ਇਹ ਦੱਸਣਾ ਹੈ ਕਿ ਅਸੀਂ ਵੀ ਵਛੰਦਰੀ ਪਾਲ ਬਣ ਸਕਦੇ ਹਾਂ, ਜਿਹੜੇ ਮਾਊਂਟ ਐਵਰੈਸਟ ਵਿੱਚ ਚੜ੍ਹ ਕੇ, ਹੈ ਨਾ। ਅਸੀਂ ਵੀ PT ਊਸ਼ਾ ਹੋ ਸਕਦੇ ਹਾਂ। ਕੋਈ ਵੀ ਦੁਨੀਆ 'ਚ ਕੋਈ ਵੀ ਇਨਸਾਨ ਹੈ ਉਹ ਅੱਗੇ ਵੱਧ ਸਕਦਾ ਹੈ ਅਤੇ ਆਪਣਾ ਦੇਸ਼ ਦਾ, ਆਪਣੇ ਦੁਨੀਆ ਵਿੱਚ ਆਪਣਾ ਨਾਮ ਕਰ ਸਕਦਾ ਹੈ। ਔਰ ਆਪਣੇ ਆਪ ਨੂੰ ਇਕੱਲਾ ਨਾ ਆਪਣੇ ਆਪ ਨੂੰ ਛੋਟਾ ਨਾ ਸਮਝਣ। ਬਸ ਇਹੀ ਮੈਂ ਮੈਸੇਜ ਦੇਣਾ ਚਾਹੁੰਦੀ ਹਾਂ। ਥੈਂਕ ਯੂ ਸੋ ਮਚ ਧਨੰਜੇ। ਤਾਂ ਬੜਾ ਸੋਹਣਾ ਮੈਸੇਜ ਦਿੱਤਾ ਗਿਆ ਕਿ ਆਪਦੇ ਆਪ ਨੂੰ ਇਕੱਲਾ ਨਾ ਸਮਝੋ ਤੇ ਕੋਸ਼ਿਸ਼ ਜ਼ਰੂਰ ਕਰਦੇ ਰਹੋ, ਕਿਉਂਕਿ ਕਹਿੰਦੇ ਆ ਕੋਸ਼ਿਸ਼ ਕਰਨੇ ਵਾਲੋਂ ਕੀ ਕभी ਹਾਰ ਨਹੀਂ ਹੋਤੀ। ਤਾਂ ਕੋਸ਼ਿਸ਼ ਜ਼ਰੂਰ ਕਰਦੇ ਰਹੋ, ਕੋਸ਼ਿਸ਼ ਕਰਦੇ ਰਹੋਗੇ ਤਾਂ ਇੱਕ ਦਿਨ ਆਪਣੀ ਮੰਜ਼ਿਲ ਤੇ ਆਪਣੇ ਮੁਕਾਮ ਤੇ ਵੀ ਜ਼ਰੂਰ ਪਹੁੰਚੋਗੇ। ਕੈਮਰਾ ਪਰਸਨ ਨੀਲਕਮਲ ਮੋਨੂ ਦੇ ਨਾਲ ਸ਼ਾਲੂ ਮਰੋਕ, ਚੰਡੀਗੜ੍ਹ।